ਅਨਿਲ ਜੋਸ਼ੀ ਜੀ ਕਿਸਾਨਾਂ ਦੀ ਹੁਣ ਵਕਾਲਤ ਕਰਦੇ ਆ। ਆ ਜਾਓ ਕਿਸਾਨਾਂ ਨਾਲ ਗੱਲ ਕਰਨ, ਅਸੀਂ ਉਧਰੋਂ ਚਲੇ ਜਾਂਦੇ ਆ। ਅਨਿਲ ਜੋਸ਼ੀ ਜੀ ਕਿਸਾਨਾਂ ਨੂੰ ਮਿਲ ਲੈਣ, ਕੀ ਚਾਹੁੰਦੇ ਆ ਕਿਸਾਨ ਇਹ ਪੁੱਛ ਲੈਣ, ਜੇ ਦੱਸ ਵੀ ਦੇਣ ਤਾਂ। ਫਿਰ ਤੁਹਾਨੂੰ ਕੀ ਲੱਗਦਾ ਜੋਸ਼ੀ ਜੀ ਇਹ ਗੱਲਾਂ ਕਿਉਂ ਕਰ ਰਹੇ? ਸਾਫ ਦੀ ਗੱਲ ਹੋ ਗਈ, ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ। ਭਾਰਤੀ ਜਨਤਾ ਪਾਰਟੀ वोट की राजनीति नहीं करती, सिद्धांती राजनीति करती है, देश की राजनीति करती है, भले की राजनीति करती है। इलैक्शन आएंगे, साढ़े बंदे खड़े होंगे, मैं भी खड़ा होवांगा, ਅਸੀਂ ਆਪ ਦਾ ਡੱਬਾ ਮੰਨਣਾ। और ਲੋਕਾਂ ਦੀ ਮਰਜ਼ੀ है, धक्के नाल ਤਾਂ वोट किसी तो लेता नहीं जाता, मर्जी है। ਅਸੀਂ ਆਪ ਦੀ ਗੱਲ ਰੱਖਾਂਗੇ भी देखो ਅਸੀਂ ਆਹ ਗੱਲ ਕੀਤੀ, ਆਹ ਗੱਲ ਕੀਤੀ। ਮੋਦੀ ਨੇ ਹੱਥ ਜੋੜ ਕੇ ਕਹਿਤਾ ਵੀ ਤੁਸੀਂ ਆਹ ਕੰਮ ਨਾ ਕਰੋ, ਇੱਥੇ ਨੁਕਸਾਨ ਹੈ। ਮੋਦੀ ਨੇ ਕਿਹਾ ਵੀ ਮਹਾਮਾਰੀ ਹੈ, ਬਿਮਾਰੀ ਹੈ, ਇਸ ਤਰ੍ਹਾਂ ਨਾ ਕਰੋ। ਜਦੋਂ ਕਹਿੰਦੇ ਮੋਦੀ ਤਾਂ ਮਜ਼ਾਕ ਕਰਦਾ, ਜੁਮਲਾ ਕਰਦਾ, ਕਰੋਨਾ ਹੈ ਹੀ ਨਹੀਂ। ਕਿਸਾਨਾਂ ਨੇ ਵੀ ਹੱਥ ਜੋੜ ਕੇ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਹੈ ਲਾਗੂ ਨਾ ਕਰੋ, ਇਹਨਾਂ ਨੂੰ ਵਾਪਸ ਲੈ ਲਓ। ਤਾਂ ਫਿਰ ਇਹ ਗੱਲ ਤਾਂ ਸਰਕਾਰ ਵੀ ਸੁਣ ਸਕਦੀ। ਪ੍ਰੋ ਪੰਜਾਬ ਟੀਵੀ ਤੇ ਸਵਾਗਤ ਹੈ। ਕਾਂਗਰਸ ਦੇ ਅੰਦਰ ਵੀ ਲਗਾਤਾਰ ਕਾਂਗਰਸ ਪਾਰਟੀ ਦੇ ਅੰਦਰ ਵੀ ਲਗਾਤਾਰ ਲੜਾਈ ਜਾਰੀ ਹੈ। ਇਹ ਜਿਹਾ ਐਵੇਂ ਦਾ ਕੁਝ ਬੀਜੇਪੀ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸਾਡੇ ਨਾਲ ਅੱਜ ਮੌਜੂਦ ਨੇ ਬੀਜੇਪੀ ਦੇ ਸੀਨੀਅਰ ਲੀਡਰ ਸੁਰਜੀਤ ਕੁਮਾਰ ਜਾਨੀ ਜੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕੀ ਹੈ ਮਸਲਾ। ਜਾਨੀ ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ। ਜਾਨੀ ਜੀ, ਪੰਜਾਬ ਦੇ ਸਾਬਕਾ ਵਜ਼ੀਰ, ਤੁਹਾਡੀ ਪਾਰਟੀ ਦੇ ਮੈਂਬਰ, ਤੁਹਾਡੇ ਕਲੀਗ ਅਨਿਲ ਜੋਸ਼ੀ ਜੀ ਲਗਾਤਾਰ ਕਹਿ ਰਹੇ ਆ ਵੀ ਸਹੀ ਗੱਲ ਸੈਂਟਰੀ ਸਰਕਾਰ ਤੱਕ ਲੈ ਕੇ ਨਹੀਂ ਗਏ ਜਿਹੜੇ ਬੰਦੇ ਮੋਹਰੇ ਸੀਗੇ ਮੋਰਚੇ ਸੁਲਝਾਉਣ ਵਾਸਤੇ, ਤੇ ਤੁਸੀਂ ਇਹਦੇ ਉੱਤੇ ਕੀ ਕਹਿਣਾ? ਬੜਾ ਅੱਛੀ ਗੱਲ ਹੈ। ਅਨਿਲ ਜੋਸ਼ੀ ਜੀ ਕਿਸਾਨਾਂ ਦੀ ਹੁਣ ਵਕਾਲਤ ਕਰਦੇ ਆ ਜਾਓ ਕਿਸਾਨਾਂ ਨਾਲ ਗੱਲ ਕਰਨ, ਅਸੀਂ ਉਧਰੋਂ ਚਲੇ ਜਾਂਦੇ ਆ। ਅਨਿਲ ਜੋਸ਼ੀ ਜੀ ਕਿਸਾਨਾਂ ਨੂੰ ਮਿਲ ਲੈਣ, ਕੀ ਚਾਹੁੰਦੇ ਆ ਕਿਸਾਨ ਇਹ ਪੁੱਛ ਲੈਣ, ਜੇ ਦੱਸ ਵੀ ਦੇਣ ਤਾਂ। ਔਰ ਅਨਿਲ ਜੋਸ਼ੀ ਜੀ ਕਹਿੰਦੇ ਆ ਕਿ ਵੀ ਸਟੇਟ ਨੇ ਗੱਲ ਨਹੀਂ ਸੁਣੀ, ਇਹ ਬੜੀ ਗਲਤ ਗੱਲ ਹੈ। ਦੇਖੋ ਸਟੇਟ ਨੇ, ਸਾਡੇ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਨੇ ਪਹਿਲੇ ਦਿਨ ਤੋਂ ਇਸ ਆਪ ਜਿਹੜੇ ਖੁਦ ਜਾ ਕੇ ਇਹਨਾਂ ਦੇ ਘਰਾਂ 'ਚ ਜਾ ਕੇ ਮਿਲੇ ਸੀ ਔਰ ਸਾਡੀ ਕਮੇਟੀ ਬਣਾਈ। ਲਗਾਤਾਰ ਅਸੀਂ ਟੱਚ 'ਚ ਹਾਂ ਔਰ ਸਾਨੂੰ ਆਰਡਰ ਦਿੱਤਾ, ਅਸੀਂ 1.5 ਮਹੀਨੇ ਦਿੱਲੀ 'ਚ ਹੀ ਬੈਠੇ ਰਹੇ ਔਰ ਇਹਨਾਂ ਨਾਲ ਸਾਰੀ ਗੱਲਬਾਤ ਅਸੀਂ ਕਰਾਉਂਦੇ ਰਹੇ। ਸਾਡੇ ਪੰਜਾਬ ਦੀ ਬੀਜੇਪੀ 'ਚ ਕੋਈ ਕਿਸੇ ਤਰ੍ਹਾਂ ਦਾ ਖੋਟ ਨਹੀਂ ਹੈ। ਉਹ ਜਿਹੜੀ ਗੱਲ ਕਰ ਰਹੇ ਇਹ ਗੱਲ ਨਹੀਂ ਹੈ। ਬੀਜੇਪੀ ਲਗਾਤਾਰ ਕਦੇ ਨਹੀਂ ਚਾਹੁੰਦੇ ਅਸੀਂ ਕਦੋਂ ਚਾਹੁੰਦੇ ਸਾਡੇ ਘਰਾਂ ਦੇ ਅੱਗੇ ਧਰਨੇ ਰਹਿਣ, ਅਸੀਂ ਕਦੋਂ ਚਾਹੁੰਦੇ ਮੁਰਦਾਬਾਦ ਹੋਵੇ, ਅਸੀਂ ਕਦੋਂ ਚਾਹੁੰਦੇ ਸਰਕਾਰ ਨਾ ਬਣੇ। ਕੋਈ ਚਾਹੁੰਦਾ ਕਿ ਵੀ ਸਾਡੀ ਬੁਰੀ ਹੋਵੇ? ਕੋਈ ਨਹੀਂ ਚਾਹੁੰਦਾ। ਅਸੀਂ ਅੱਛਾ ਚਾਹੁੰਦੇ ਹਾਂ, ਭਲਾ ਚਾਹੁੰਦੇ ਹਾਂ। ਅਸੀਂ ਖੁਦ ਕਿਸਾਨ ਹਾਂ ਔਰ ਮੈਂ ਡਿਊਟੀ ਲਾਈ ਔਰ ਅਸੀਂ ਸਾਰੀ ਗੱਲ ਜਿਹੜੀ ਹੈ ਇੱਥੋਂ ਕਰਦੇ ਰਹੇ। ਔਰ ਜੋਸ਼ੀ ਸਾਹਿਬ ਨੂੰ ਇਸ ਚੀਜ਼ ਦੀ ਗਲਤਫਹਿਮੀ ਹੈ ਕਿ ਉਹ ਕਹਿੰਦੇ ਵੀ ਗੱਲ ਨਹੀਂ ਕੀਤੀ ਗਈ ਔਰ ਸਹੀ ਪੁਗਾਈ ਨਹੀਂ ਗਈ। ਅਤੇ ਜੋਸ਼ੀ ਸਾਹਿਬ ਪੁਗਾ ਦੇਣ। ਕਿਸਾਨ ਕੀ ਚਾਹੁੰਦੇ ਆ? ਕਿਸਾਨ ਇੱਕ ਚੀਜ਼ ਚਾਹੁੰਦੇ ਆ ਕਿ ਰੱਦ ਕਰੋ, और रद्द सरकार ने हाथ जोड़ के प्रार्थना करती भी रद्द नहीं कर सकते, रद्द नहीं हो सकते। रद्द वर्गी गल हो सकती है, ਅਸੀਂ ਇਹਨੂੰ होल्ड कर लेने, कमेटी बना, कमेटी और टाइम ले ले, ठंडे वास्ते गल गई। क्यों नहीं मनते फिर? जो हाई कोर्ट ने, सुप्रीम कोर्ट ने स्टे करता, फिर काहदा संघर्ष है? जो स्टे करता, एक बार हिंदुस्तान की कोर्ट 'ਚ स्टे हो जाता, कदे कोई चीज़ मुक्की जल्दी सी, इन्होंने इलैक्शन आएंगे तो देख लेंगे अच्छा नहीं है तो वो गल। जे वोटां की सरकार है, वोटां नाल बनदी है। ਪ੍ਰਜਾਤੰਤਰ ਦੇ ਵਿੱਚ ਵੋਟ ਜਿਹੜੀ ਸਭ ਤੋਂ ਵੱਡੀ ਤਾਕਤ ਹੈ। ਸਾਨੂੰ ਗੰਦੀ ਜ਼ਬਾਨ ਕਰਨ ਦੀ, ਕਿਸੇ ਲਾਠੀ ਬੰਦੂਕ ਦੀ ਕਰਨ ਦੀ ਜਾਂ ਅਪਸ਼ਬਦ ਬੋਲਣ ਦੀ ਲੋੜ ਹੀ ਨਹੀਂ ਹੈ। ਸਾਨੂੰ ਸਭ ਤੋਂ ਵੱਡੀ ਤਾਕਤ ਜਿਹੜੀ ਹੈ ਵੋਟ ਰੂਪੀ ਦੇ ਕੇ ਗਿਆ। ਔਰ ਜਿਹੜਾ ਰਾਜਨੀਤਿਕ ਲੋਕ, ਰਾਜਨੀਤਿਕ ਪਾਰਟੀਆਂ ਵੋਟ ਨਾਲ ਹੀ ਮਰਦੀਆਂ, ਉਦੋਂ ਮਾਰ ਲੈਣ। ਜੇ ਅਗਰ ਨਹੀਂ ਚੱਜ ਦੀ ਗੱਲ ਲੱਗੇ ਤਾਂ, ਜੇ ਅੱਛੀ ਲੱਗੇ ਤਾਂ ਫਿਰ ਅੱਗੇ ਬਣਾ ਦੇਣ। ਫਿਰ ਤੁਹਾਨੂੰ ਕੀ ਲੱਗਦਾ ਜੋਸ਼ੀ ਜੀ ਇਹ ਗੱਲਾਂ ਕਿਉਂ ਕਰ ਰਹੇ? ਇਹ ਗੱਲਾਂ ਤੁਹਾਡੀ ਪਾਰਟੀ ਮੀਟਿੰਗ 'ਚ ਹੋਈਆਂ ਹੋਣਗੀਆਂ, ਤੁਸੀਂ ਵੀ ਤੁਹਾਡੇ ਪਾਰਟੀ ਦੇ ਮੈਂਬਰ ਤੁਸੀਂ ਦੱਸਿਆ ਹੋਊਗਾ। ਉਹ ਇਹ ਗੱਲਾਂ ਕਿਉਂ ਵਾਰੀ ਚੱਕ ਰਹੇ ਹੋ? ਤਾਂ ਇੱਥੇ ਤੱਕ ਕਹਤਾ ਵੀ ਜੇ ਬੀਜੇਪੀ ਇਹ ਚੀਜ਼ ਗੱਲ ਦਾ ਮਸਲੇ ਦਾ ਹੱਲ ਨਹੀਂ ਕਰੂਗੀ ਤਾਂ ਸਾਫ ਦੀ ਗੱਲ ਹੋ ਗਈ, ਡਿੱਗੀ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ। ਇਹ ਗੱਲ ਹੈ ਜੋਸ਼ੀ ਸਾਹਿਬ ਦੀ। ਜੋਸ਼ੀ ਸਾਹਿਬ ਜਿਹੜੀ ਬਹਾਨਾ ਜਿਹੜਾ ਹੈ ਨਾ ਉਹ ਠੀਕ ਨਹੀਂ ਹੈ। ਔਰ ਮੈਂ ਵੀ ਇਹ ਗੱਲ ਕਹੀ, ਜੋਸ਼ੀ ਸਾਹਿਬ ਵੀ ਕਹਿੰਦੇ, ਹਰੇਕ ਬੰਦਾ ਕਹਿੰਦੇ, ਪੱਤਰਕਾਰ ਵੀ ਮੈਨੂੰ ਪੁੱਛਦੇ, ਜਾਨੀ ਸਾਹਿਬ ਪਹਿਲੇ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਸੀ, ਹੁਣ ਉੱਥੇ ਜਾ ਕੇ ਤੁਹਾਨੂੰ ਮੋਦੀ ਨੇ ਕੀ ਖਿਲਾਤਾ? ਮੈਨੂੰ ਕੁਛ ਨਹੀਂ ਖਿਲਾਇਆ ਮੋਦੀ ਨੇ। ਮੈਂ ਕਿਸਾਨਾਂ ਦੇ ਨਾਲ ਸੀ, ਕਿਸਾਨਾਂ ਦੇ ਨਾਲ ਹਾਂ, ਔਰ ਉਹ ਮੈਂ ਕਿਸਾਨਾਂ ਦੀ ਹਿਮਾਇਤ ਇਸ ਕਰਕੇ ਕਰ ਰਿਹਾ ਸੀ ਵੀ ਗੱਲ ਸੁਣੋ, ਸੈਂਟਰ ਨੇ ਗੱਲ ਸੁਣਨੀ ਚਾਹੀਦੀ। ਕਿਉਂ ਨਹੀਂ ਸੁਣਦੀ ਸਰਕਾਰ ਦੀ ਗੱਲ? ਜਦੋਂ ਸੈਂਟਰ ਸਰਕਾਰ ਗੱਲ ਸੁਣ ਰਹੀ ਹੈ, ਹਰ ਗੱਲ ਮੰਨ ਰਹੀ ਹੈ, ਤਾਂ ਫਿਰ ਅਸੀਂ ਕਿਸਾਨਾਂ ਨਾਲ ਕਿੱਥੇ ਖੜੀਏ ਬਈ? ਫਿਰ ਅਸੀਂ ਸਰਕਾਰ ਨਾਲ ਖੜੀਏ ਨਾ। ਸਾਡੀ ਸਰਕਾਰ ਸਾਰਾ ਕੁਝ ਮੰਨ ਰਹੀ ਹੈ, ਫਿਰ ਅਸੀਂ ਕਿਸਾਨਾਂ ਨਾਲ ਖੜੀਏ। ਅਸੀਂ ਜਦੋਂ ਨਹੀਂ ਮੰਨਣ ਦੀ ਗੱਲ ਸੀ ਉਦੋਂ ਕਿਸਾਨਾਂ ਨਾਲ ਖੜੇ ਸੀ। ਫਿਰ ਗੱਲ ਨੂੰ ਮੰਨੋ ਨਾ, ਕਿਤੇ ਮੁਕਾਉਣ ਦੀ ਗੱਲ। ਦੇਖੋ ਕਾਨੂੰਨ ਹੈ, ਕਾਲਾ ਕਾਨੂੰਨ ਕੀ ਹੈ? ਇਹਦੇ 'ਚ ਤੁਹਾਡੀ ਮਰਜ਼ੀ ਹੈ, ਸੁਵਿਧਾ ਹੈ, ਤੁਸੀਂ ਲੈਣੀ ਲੈ ਲਓ, ਨਹੀਂ ਲਿਓ। ਜੋਸ਼ੀ ਸਾਹਿਬ ਤੁਸੀਂ ਕਿਹਾ ਜੀ ਬਹਾਨਾ ਲਾ ਰਹੇ, ਕਿਉਂ ਬਹਾਨਾ ਲਾ ਰਹੇ ਹੋ? ਇਹ ਜੀ ਕੀ ਗੱਲ ਹੋ ਗਈ, ਬਹਾਨਾ ਕਿਉਂ ਲਾ ਰਹੇ? ਉਹਨਾਂ ਨੂੰ ਪੁੱਛੋ ਨਾ ਕੀ ਗੱਲ ਹੈ। ਉਹ ਤਾਂ ਇੱਥੇ ਤੱਕ ਕਹਿ ਰਿਹਾ ਵੀ ਜੇ ਮੈਂ ਬੋਲਣਾ ਬੰਦ ਨਹੀਂ ਕਰੂੰਗਾ ਤੇ ਜੇ ਮੈਨੂੰ ਪਾਰਟੀ ਕੱਢਣਾ ਚਾਹੇ ਕੱਢ ਦੇ।
ਇਹ ਹਿੰਦੁਸਤਾਨ ਦੇ ਪ੍ਰਜਾਤੰਤਰ ਦੇਸ਼ ਦੇ ਵਿੱਚ ਸਭ ਨੂੰ ਇਜਾਜ਼ਤ ਹੈ। ਜੋਸ਼ੀ ਸਾਹਿਬ ਨੂੰ ਵੀ ਇਜਾਜ਼ਤ ਹੈ, ਮੈਨੂੰ ਵੀ ਇਜਾਜ਼ਤ ਹੈ, ਤੁਹਾਨੂੰ ਵੀ ਇਜਾਜ਼ਤ ਹੈ, ਸਭ ਨੂੰ ਇਜਾਜ਼ਤ ਹੈ, ਕੋਈ ਬੋਲੋ। ਔਰ ਕਿਸਾਨ ਬੋਲ ਰਹੇ ਨੇ, ਪਰ ਮੈਂ ਕਿਸਾਨ ਭਰਾਵਾਂ ਅੱਗੇ ਪ੍ਰਾਰਥਨਾ ਕਰਦਾ, ਸਾਰਿਆਂ ਦੇ ਅੱਗੇ, ਪੰਜਾਬ ਵਾਸੀਆਂ ਦੇ ਅੱਗੇ ਬਣਾ ਕਰਦਾ ਕਿ ਮੋਦੀ ਜੀ ਜਿਹਾ ਪ੍ਰਧਾਨ ਮੰਤਰੀ ਆਪਾਂ ਨੂੰ ਨਾ ਤਾਂ ਮਿਲਿਆ ਨਾ ਮਿਲਣਾ। ਆ ਮੈਂ ਤੁਹਾਨੂੰ ਦੱਸਦਾ ਕਿ ਦੇਖੋ ਕਿਸਾਨਾਂ ਦੇ ਇੱਥੇ ਸੀ ਹੈ, ਪੂਰੇ ਕਿਸਾਨਾਂ ਦੀ ਗੱਲ ਮੰਨੇ, MSP ਵੱਧ ਰਹੀ ਹੈ ਲਗਾਤਾਰ 6 ਸਾਲਾਂ ਦੇ ਵਿੱਚ। ਆਂਕਲਨ ਕਰ ਲਓ ਕਿੰਨੀ MSP ਅਸੀਂ 700 ਰੁਪਏ ਝੋਨਾ ਜ਼ਿਆਦਾ ਹੋ ਗਿਆ, 700 ਰੁਪਏ ਕੁਇੰਟਲ ਦਾ ਫਰਕ ਪੈ ਗਿਆ। ਕਾਂਗਰਸ ਮਜ਼ਾਕ ਕਰਦੀ ਸੀ 5 ਰੁਪਏ 2 ਰੁਪਏ ਵਧਾਉਂਦੀ ਹੁੰਦੀ ਸੀਗੀ, ਔਰ ਕਿਸਾਨਾਂ ਦੇ ਇੱਥੇ ਸੀ ਨੇ ਅੱਜ ਤੱਕ ਉਹ ਹੀ ਨਹੀਂ ਕਹੀ। ਇਹਨਾਂ ਕਿਸਾਨਾਂ ਨੇ ਕੁਝ ਵੀ, ਕਿਸਾਨ ਕਹਿਣ ਨੂੰ ਕਹਿੰਦੇ ਆ ਕਿ ਅਸੀਂ ਤਾਂ ਸ਼ਾਂਤੀਪੂਰਕ ਧਰਨੇ ਤੇ, ਕਿੱਥੇ ਸ਼ਾਂਤੀਪੂਰਕ ਹੈ ਜੀ? ਸਾਡੇ MLA ਦੀ ਜਿਹੜੀ ਜਿਸ ਤਰ੍ਹਾਂ ਇਹਨਾਂ ਨੇ ਕੀਤੀ, ਔਰ ਸਾਡੇ ਘਰ ਘੇਰੇ ਹੋਏ ਨੇ, ਜਿਵੇਂ ਆਪ ਸ਼ਬਦ ਬੋਲ ਰਹੇ ਨੇ, ਕੀ ਸ਼ਾਂਤੀ ਵਾਲੀ ਗੱਲ ਹੈ ਜੀ ਕਿਤੇ? ਔਰ ਉਹ ਲਾਲ ਐਵੇਂ ਦੇ ਮਾਹੌਲ 'ਚ ਜੇ 2022 ਦੀਆਂ ਚੋਣਾਂ ਆਉਂਦੀਆਂ, ਇਹੀ ਗੱਲ ਜੋਸ਼ੀ ਸਾਹਿਬ ਕਹਿ ਰਿਹਾ ਵੀ ਅਸੀਂ ਕਿਵੇਂ ਨਿਕਲਾਂਗੇ, ਸਾਨੂੰ ਕਿਵੇਂ ਅਸੀਂ ਇਲੈਕਸ਼ਨ ਲੜਾਂਗੇ ਜਾਂ ਲੋਕ ਕਰਾਂਗੇ, ਫਿਰ ਤੁਹਾਡੀ ਰਣਨੀਤੀ ਕੀ ਹੈ ਸਭ ਤੋਂ ਨਿਕਲਣ ਵਾਸਤੇ? ਭਾਰਤੀ ਜਨਤਾ ਪਾਰਟੀ ਵੋਟ ਦੀ ਰਾਜਨੀਤੀ ਨਹੀਂ ਕਰਦੀ, ਸਿਧਾਂਤੀ ਰਾਜਨੀਤੀ ਕਰਦੀ ਹੈ, ਦੇਸ਼ ਦੀ ਰਾਜਨੀਤੀ ਕਰਦੀ ਹੈ, ਭਲੇ ਦੀ ਰਾਜਨੀਤੀ ਕਰਦੀ ਹੈ। ਔਰ ਸਭ ਤੋਂ ਵੱਡੀ ਪਾਰਟੀ ਆਲ ਵਰਲਡ 'ਚ ਭਾਰਤੀ ਜਨਤਾ ਪਾਰਟੀ ਸਭ ਤੋਂ ਰਸੂਲਾਂ ਵਾਲੀ ਪਾਰਟੀ ਹੈ। ਠੀਕ ਹੈ, ਇਲੈਕਸ਼ਨ ਆਉਣਗੇ, ਸਾਡੇ ਬੰਦੇ ਖੜੇ ਹੋਣਗੇ, ਮੈਂ ਵੀ ਖੜਾ ਹੋਵਾਂਗਾ, ਅਸੀਂ ਆਪ ਦਾ ਡੱਬਾ ਮੰਨਾਂਗੇ। ਉਹ ਲੋਕਾਂ ਦੀ ਮਰਜ਼ੀ ਹੈ, ਧੱਕੇ ਨਾਲ ਤਾਂ ਵੋਟ ਕਿਸੇ ਤੋਂ ਲੈਤਾ ਨਹੀਂ ਜਾਂਦਾ, ਮਰਜ਼ੀ ਹੈ। ਅਸੀਂ ਆਪ ਦੀ ਗੱਲ ਰੱਖਾਂਗੇ ਵੀ ਦੇਖੋ ਅਸੀਂ ਆਹ ਗੱਲ ਕੀਤੀ, ਆਹ ਗੱਲ ਕੀਤੀ, ਲੋਕਾਂ ਦੀ ਮਰਜ਼ੀ। ਜਿਹਨੂੰ ਮੁੱਖ ਮੰਤਰੀ ਬਣਾਉਣਗੇ, MLA ਬਣਾਉਣਗੇ ਤਾਂ ਲੋਕ ਹੀ ਬਣਾਉਣਗੇ ਨਾ ਜੀ। ਤਾਂ ਇਸ ਤਰ੍ਹਾਂ ਦੀ ਗੱਲਾਂ ਜਿਹੜੀ ਹੈ, ਦੇਖੋ ਇਹਨਾਂ ਦਾ ਕੀ ਹੈ, ਇਹ ਤਾਂ ABP ਨੂੰ ਦੋਸ਼ ਦਿੰਦੇ ਸੀ, ਮਸ਼ੀਨਾਂ ਨੂੰ ਦੋਸ਼ ਦਿੰਦੇ ਸੀਗੇ, ਮਸ਼ੀਨ ਮਾੜੀ। ਲੈ ਬੰਗਾਲ ਦੇ ਵਿੱਚ ਫਿਰ ਜੇ AP ਨਾਲ ਬਣਦੀ ਤਾਂ ਫਿਰ ਕਿਵੇਂ ਮਾਇਆਵਤੀ ਬਣ ਗਈ, ਕਿਵੇਂ ਦਿੱਲੀ ਬਣ ਗਿਆ? ਇਹਨਾਂ ਨੇ ਐਲੀਗੇਸ਼ਨ ਲਾਣਾ ਹੈ, ਮੋਦੀ ਦਾ ਚਿਹਰਾ ਖਰਾਬ ਕਰਨਾ ਹੈ। ਕਿਸ ਤਰ੍ਹਾਂ ਕਰਨਾ ਹੈ? ਦੇਖੋ ਮੋਦੀ ਦੀ ਜਿਹੜੇ 6 ਸਾਲ ਦੇ ਰਾਜ ਦੇ ਵਿੱਚ ਕੋਈ ਕਰਪਸ਼ਨ ਨਹੀਂ, ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਲੱਗਦਾ, ਕੋਈ ਇਹਨਾਂ ਦੇ ਮੰਤਰੀ ਕਿਸੇ ਤਰ੍ਹਾਂ ਦਾ ਦੇਸ਼ ਤਰੱਕੀ ਵੱਲ ਜਾ ਰਿਹਾ ਹੈ। ਉਹ ਇਹ ਬਹਾਨੇ ਤਰੱਕੀ ਦੀ ਗੱਲ ਕਰ ਰਹੇ ਹੋ ਕਿਸ ਪ੍ਰਕਾਰ? ਇਕਨੋਮੀ ਦਾ ਕਿਹਾ ਜਾ ਰਿਹਾ ਵੀ GDP ਲੋ ਹੋ ਰਹੀ ਹੈ, ਇਕਨੋਮੀ ਵੀ ਬੈਲੈਂਸ ਨਹੀਂ ਹੈਗੀ, ਆਲ ਟਾਈਮ ਲੋ ਹੋ ਰਹੀ ਹੈ, ਤਾਂ ਫਿਰ ਤਰੱਕੀ ਕਿਵੇਂ ਹੋ ਰਹੀ ਹੈ? ਜਿਹੜੇ ਗਵਰਨਮੈਂਟ ਐਸੈਟ ਨੇ ਉਹ ਸਾਰੇ ਵੇਚੇ ਜਾ ਰਹੇ ਆ, ਉਹ ਪ੍ਰਾਈਵੇਟਾਂ ਨੂੰ ਦੇ ਜਾ ਰਹੇ। ਆਹਾ, ਪ੍ਰਾਈਵੇਟਾਂ ਦੇ ਜਾ ਰਹੇ। ਮੈਨੂੰ ਇੱਕ ਦੱਸੋ, ਪੰਜਾਬ ਹੈ, ਪੰਜਾਬ ਦੇ ਜਿਹੜੇ ਟੂਰਿਜ਼ਮ ਸਰਕਾਰ ਨੇ ਖੁਦ ਜਿਹੜੇ ਕਰਨੇ ਚਾਲੂ ਕੀਤੇ ਸੀ, ਉਹ ਕਿਉਂ ਵੇਚਤੇ, ਕਿਉਂ ਵੇਚ ਰਹੇ ਨੇ? ਉਹ ਜੈਪੁਰ ਬਣਿਆ ਹੈ, ਕਰੋੜਾਂ ਦੀ ਆਮਦਨ ਸੀ, ਅੱਜ ਉਹ ਬੰਦ ਪਿਆ, ਅੱਜ ਉਹ ਠੇਕੇ ਵਾਸਤੇ ਦਿੰਦੇ ਨੇ। ਇੱਥੇ ਏਜੰਸੀ ਸੀ ਸਵਰਾਜ ਦੀ, ਕਿਹਦੀ ਸੀ ਸਵਰਾਜ ਏਜੰਸੀ? ਪੰਜਾਬ ਸਰਕਾਰ ਦੀ ਸੀ। ਕਿਉਂ ਮਹਿੰਦਰਾ ਨੂੰ ਦਿੱਤੀ? ਕਿਉਂ ਦਿੱਤੀ? ਮੋਦੀ ਨੇ ਦਿੱਤੀ। ਜੇ ਜਿਹੜੀ ਪ੍ਰਾਈਵੇਟ ਦਾਇਰੇ ਦੇ ਵਿੱਚ ਕੰਮ ਹੋ ਰਿਹਾ, ਜਿੱਥੇ ਘਾਟਾ ਲੱਗ ਰਿਹਾ ਕਿਸੇ ਚੀਜ਼ ਦਾ, ਉੱਥੇ ਪ੍ਰੋਫਿਟ ਵਾਸਤੇ ਜੇਕਰ ਸਹੀ ਕੰਟਰੋਲ ਨਹੀਂ ਹੋ ਰਿਹਾ, ਜਿਹੜਾ ਜ਼ਿਮੀਂਦਾਰ ਖੇਤੀ ਸਹੀ ਨਹੀਂ ਕਰ ਸਕਦਾ ਆਪਣੀ, ਉਹ ਠੇਕੇ ਦੇ ਦਿੰਦਾ। ਕੀ ਦੋਸ਼ ਹੈ ਇਹਦੇ ਵਿੱਚ? ਵੇਚ ਕੇ ਕੋਈ ਬਾਹਰ ਵੇਚਦੀ, ਦੇਸ਼ ਦੀ ਆਮਦਨ ਵਧਾਉਣ ਵਾਸਤੇ ਕੀਤੀ ਹੈ, ਨਹੀਂ ਵੀ ਕੰਮ ਸਹੀ ਚੱਲੇ ਉਹਦੇ ਵਾਸਤੇ ਕੀਤੀ ਹੈ ਨਾ। ਸਰਕਾਰ ਦਾ ਕੰਮ ਤਾਂ ਹੁੰਦਾ, ਜਿਵੇਂ ਤੁਸੀਂ ਕਿਹਾ, ਜੇ ਸਹੀ ਨਹੀਂ ਚੱਲ ਰਿਹਾ, ਸਰਕਾਰ ਦਾ ਕੰਮ ਹੀ ਹੈ ਸਹੀ ਕਰਨਾ, ਸਹੀ ਚਲਾਉਣਾ। ਤਾਂ ਫਿਰ ਦੇਖੋ ਸਾਡਾ ਤੰਤਰ ਜਿਹੜਾ, ਸਾਰੀ ਦੋਸ਼ ਮੋਦੀ ਨੂੰ ਦੇਣਾ। ਦੇਖੋ ਦੇਸ਼ ਦੇ ਵਿੱਚ ਬੜੀ ਕਮੀ ਹੈ, ਬੜੀ ਹਰਾਸਮੈਂਟ ਹੈ, ਕੋਰਟਾਂ ਦੀ ਤਰਫ ਹੋਏ ਲੋਕ ਪਰੇਸ਼ਾਨ ਨੇ ਕਿ ਲੰਬੀਆਂ ਤਰੀਕਾਂ, ਲੰਬੇ ਕੇਸ, ਇਨਸਾਫ ਨਹੀਂ ਮਿਲਦਾ। ਹੁਣ ਸਾਰਾ ਹੀ ਗੁੱਸਾ ਜਿਹੜਾ ਹੈ, ਸਾਰਾ ਇਕੱਠਾ ਕਰਕੇ ਮੋਦੀ ਸਾਹਿਬ ਤੇ ਕੱਢੀ ਜਾਓ, ਤੇ ਗਲਤ ਨਹੀਂ। ਸਾਨੂੰ ਵੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਨਾ। ਜੇ ਦੇਸ਼ ਸਾਡਾ ਪਿਛੜਿਆ ਤਾਂ ਮੇਰੀ ਵੀ ਜ਼ਿੰਮੇਵਾਰੀ ਹੈ। ਮੈਂ ਵੀ 65 ਸਾਲ ਦਾ ਹੱਕਦਾਰ ਹਾਂ ਵੀ, ਠੀਕ ਹੈ, ਕਿਉਂ ਮੈਂ ਵੋਟ ਨਹੀਂ ਪਾਏ, ਮੈਂ ਸਰਕਾਰਾਂ ਬਣਾਉਂਦਾ ਤਾਂ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ? ਜਿਹੜਾ ਚੰਗਾ ਲੱਗੇ, ਵੋਟਾਂ ਨਾਲ ਬਣਦੀ ਹੈ ਨਾ ਜੀ। ਅਸੀਂ ਸਰਕਾਰ ਬਣਾਉਂਦੇ ਹਾਂ, ਕੌਣ ਬਣਾਉਂਦਾ? ਤਾਂ ਦੇਸ਼ ਦੇ ਨੁਕਸਾਨ ਦੇ ਵਿੱਚ ਬੱਚਾ ਜ਼ਿੰਮੇਵਾਰ ਹੈ, ਜਿਹਦੀ ਜਿੰਨੀ ਉਮਰ ਹੈ। ਮੈਂ ਵੀ ਜ਼ਿੰਮੇਵਾਰ ਹਾਂ। ਜੇ ਦੇਸ਼ ਨੇ ਤਰੱਕੀ ਨਹੀਂ ਕੀਤੀ ਤਾਂ ਕੋਈ ਮੋਦੀ ਖਾਲੀ ਮੋਦੀ ਤੇ ਨਿਸ਼ਾਨਾ ਨਹੀਂ। ਤੁਸੀਂ ਮੋਦੀ ਦਾ ਸਹਿਯੋਗ ਕਰੋ, ਮੋਦੀ ਦਾ ਸਾਥ ਦਿਓ, ਤਾਂ ਫਿਰ ਗੱਲ ਹੈ ਨਾ ਕੋਈ। ਇਹ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਇੱਕ ਗੱਲ ਪਾਸੇ ਲੱਗੂਗੀ, ਕੋਈ ਇਹਦਾ ਹੱਲ ਨਿਕਲੂਗਾ? ਤੁਸੀਂ ਲਗਾਤਾਰ ਕਹਿੰਦੇ ਹੋ ਜਥੇਬੰਦੀਆਂ ਰਿਸਪੌਂਸੀਬਲ ਨੇ ਕਿ ਫੈਸਲਾ ਨਹੀਂ ਹੋ ਪਾ ਰਿਹਾ। ਕਿਹੜੀਆਂ ਜਥੇਬੰਦੀਆਂ ਹੈ? ਤੁਸੀਂ ਨਾਂ ਲੈ ਸਕਦੇ ਹੋ, ਕੌਣ ਬੰਦੇ ਜਿਹੜਾ ਫੈਸਲਾ ਨਹੀਂ ਹੋਣ ਦੇ ਰਹੇ? ਦੇਖੋ ਮੈਂ ਨਾ, ਸਾਰੇ ਹੀ ਹੈ। ਅੱਜ ਗੇਮ ਜਿਹੜੀ ਹੈ ਜਥੇਬੰਦੀਆਂ ਕੋਲ ਹੈ। ਇਹ ਰਾਜੇਵਾਲ ਜੀ ਆਪ ਨੂੰ ਆਪ ਜ਼ਿਆਦਾ ਸਮਝਦੇ ਨੇ, ਤੇ ਠੀਕ ਹੈ। ਇਹ ਆਪ ਦੀ ਪ੍ਰਪੋਜ਼ਲ ਤਾਂ ਦੇਣ। ਸਰਕਾਰ ਨੇ ਕਹਿੰਦਾ ਚੰਗੀ ਪ੍ਰਪੋਜ਼ਲ ਤਾਂ ਲਿਆਓ ਕਿਸਾਨਾਂ ਵਾਸਤੇ। ਚਾਹੀਦਾ ਕੀ ਹੈ? ਕਾਨੂੰਨੀ ਇੱਕ ਵਿਵਸਥਾ ਹੈ, ਅਸੀਂ ਉਹਦੇ ਵਿੱਚ ਪਾ ਦਿੰਦੇ ਹਾਂ। ਉਹ ਲਿਆਓ ਤਾਂ ਸਰੀ। ਕੀ ਲਿਆਉਂਦੇ ਨੇ? ਰੱਦ ਕਰੋ ਜੀ। ਵੀ ਕਾਨੂੰਨ ਰੱਦ ਕਰਨ ਨਾਲ ਭਲਾ ਹੋ ਜਾਊਗਾ, ਕਿਸਾਨ ਦਾ ਭਲਾ ਹੋ ਜਾਊਗਾ? ਦੱਸੋ, ਲਿਖੇ ਦਿਓ ਤੁਸੀਂ ਵੀ ਹਾਂ ਭਲਾ ਹੋ ਜਾਊਗਾ। ਜੇ ਅਗਰ ਭਲਾ ਹੀ ਹੁੰਦਾ, ਫਿਰ ਇਹ ਆਤਮ ਹੱਤਿਆ ਵਾਲੇ ਸੁਸਾਇਡਾਂ ਕਿਉਂ ਹੋ ਰਹੀ ਹੈ? ਸਾਨੂੰ ਚੇਂਜਿੰਗ ਤਾਂ ਲੈਣੀ ਪਈ। ਤੁਸੀਂ ਡੰਡਾ ਦੇ ਕੇ ਕਣਕ ਕਦੋਂ ਤੱਕ ਚਕਾਉਂਦੇ ਰਹੋਗੇ? ਕਦੋਂ ਤੱਕ ਝੋਨਾ ਚਕਾਉਂਦੇ ਰਹੋਗੇ? ਤੁਸੀਂ ਸਮਝਦਾਰ ਹੋ, ਸਾਰੇ ਕਿਸਾਨ ਵੀ ਜਾਣਦੇ ਆ। 6 ਸਾਲ ਦਾ ਸਟਾਕ ਤਾਂ ਸਾਡੇ ਕੋਲ ਸੜੀ ਗਲੀ ਜਾਂਦਾ। ਉਹ ਜਿਹੜਾ ਕਣਕ ਅਨਾਜ ਸਾਡਾ ਗਲਦਾ ਸੜਦਾ ਹੈ, ਉਹ ਜਿਹੜਾ ਨੁਕਸਾਨ ਹੈ, ਕੋਈ ਕੈਪਟਨ ਸਾਹਿਬ ਦੇ ਜੇਬ 'ਚੋਂ ਜਾਂ ਮੋਦੀ ਸਾਹਿਬ ਦੇ ਜੇਬ 'ਚੋਂ ਨਹੀਂ ਜਾਣਾ। ਉਹ ਵਜਨ ਸਾਡੇ ਸਾਰਿਆਂ ਤੇ ਆਉਣਾ। ਡੀਜ਼ਲ ਮਹਿੰਗਾ ਹੋਣਾ, ਹੋਰ ਹੋਣਾ, ਟੈਕਸ ਲੱਗਣਾ। ਕਿੰਨਾ ਅਨਾਜ ਬੇਕਾਰ ਹੋ ਰਿਹਾ ਦੱਸੋ ਮੈਨੂੰ?
ਮੌਤਾਂ ਤਾਂ ਮੋਰਚੇ ਤੇ ਵੀ ਹੋ ਰਹੀਆਂ ਫਿਰ ਮੌਤਾਂ ਤਾਂ ਮੋਰਚੇ ਤੇ ਵੀ ਹੋ ਰਹੀਆਂ ਨੇ 500 ਕਿਸਾਨ ਮਰ ਚੁੱਕੇ ਆ ਤੁਹਾਨੂੰ ਕੀ ਲੱਗਦਾ ਫਿਰ ਉਹ ਕਿਉਂ ਬੈਠੇ ਨੇ ਨਹੀਂ ਉਹ ਕਿਉਂ ਬੈਠੇ ਲੱਗਦਾ ਸੁਣ ਲਓ ਮੇਰੀ ਸੁਪਰੀਮ ਕੋਰਟ ਨੇ ਹੱਥ ਜੋੜ ਕੇ ਪ੍ਰਾਰਥਨਾ ਕੀਤੀ ਕਿਸਾਨਾਂ ਦੇ ਅੱਗੇ ਦੇਖੋ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਭੈਣਾਂ ਨੂੰ ਔਰ ਬਿਮਾਰ ਬੰਦਿਆਂ ਨੂੰ ਇੱਥੇ ਨਾ ਰੱਖਿਆ ਜਾਵੇ ਮੋਦੀ ਸਾਹਿਬ ਨੇ ਵੀ ਕਿਹਾ ਹੱਥ ਜੋੜ ਕੇ ਕਿਹਾ ਦੱਸੋ ਮੌਤਾਂ ਹੋਈਆਂ ਸਾਨੂੰ ਦੁੱਖ ਹੈ ਸਾਰਿਆਂ ਨੂੰ ਦੁੱਖ ਹੈ ਕਿਸਾਨ ਕੋਲ ਹੋਰ ਨਹੀਂ ਹੈ ਸਾਡੇ ਨੇ ਸਾਥੀ ਨੇ ਕੋਈ ਰਿਸ਼ਤੇਦਾਰ ਵੀ ਹੈ ਸਾਡੇ ਕੋਈ ਹੋਰ ਵੀ ਹੈ ਜਿਹਦੇ ਘਰੋਂ ਕੋਈ ਮੌਤ ਹੁੰਦੀ ਹੈ ਦੁੱਖ ਹੁੰਦਾ ਉਹਦਾ ਕੋਈ ਅਜੀ ਗੱਲ ਦੁੱਖ ਤਾਂ ਹੈ ਸਾਰਿਆਂ ਨੂੰ ਹੈ ਤਾਂ ਮੈਨੂੰ ਦੱਸੋ ਇਹਦੇ ਮੋਦੀ ਦਾ ਕੀ ਦੋਸ਼ ਹੈ ਮੋਦੀ ਨੇ ਹੱਥ ਜੋੜ ਕੇ ਕਹਿਤਾ ਵੀ ਤੁਸੀਂ ਆਹ ਕੰਮ ਨਾ ਕਰੋ ਇੱਥੇ ਨੁਕਸਾਨ ਹੈ ਮੋਦੀ ਨੇ ਕਿਹਾ ਵੀ ਮਹਾਂਮਾਰੀ ਹੈ ਬਿਮਾਰੀ ਹੈ ਇਸ ਤਰ੍ਹਾਂ ਨਾ ਕਰੋ ਜਦੋਂ ਕਹਿੰਦੇ ਮੋਦੀ ਤਾਂ ਮਜ਼ਾਕ ਕਰਦਾ ਜੁਮਲਾ ਕਰਦਾ ਕਰੋਨਾ ਹੈ ਹੀ ਨਹੀਂ ਕਰੋਨਾ ਨਹੀਂ ਐਵੇਂ ਮੋਦੀ ਕਰੀ ਜਾਂਦਾ ਔਰ ਜਦੋਂ ਕਰੋਨਾ ਆ ਗਈ ਕਹਿੰਦਾ ਸੰਭਾਲਦਾ ਹੀ ਨਹੀਂ ਆਕਸੀਜਨ ਵੀ ਨਹੀਂ ਤੁਸੀਂ ਕਿਹਾ ਹੱਥ ਜੋੜ ਕੇ ਮੋਦੀ ਸਾਹਿਬ ਨੇ ਬੇਨਤੀ ਕੀਤੀ ਕਿਸਾਨਾਂ ਨੂੰ ਵੀ ਐਂ ਨਾ ਕਰੋ ਜਿਹੜੇ ਬਜ਼ੁਰਗ ਨੇ ਬੱਚੇ ਚਲੇ ਆਏ ਕਿਸਾਨਾਂ ਨੇ ਵੀ ਹੱਥ ਜੋੜ ਕੇ ਮੋਦੀ ਸਾਹਿਬ ਨੂੰ ਬੇਨਤੀ ਕੀਤੀ ਹੈ ਲਾਗੂ ਨਾ ਕਰੋ ਇਹਨਾਂ ਨੂੰ ਵਾਪਸ ਲੈ ਲਓ ਤਾਂ ਫਿਰ ਇਹ ਗੱਲ ਤਾਂ ਸਰਕਾਰ ਵੀ ਸੁਣ ਸਕਦੀ ਕੋਈ ਕੰਮ ਨਹੀਂ ਹੋਏਗਾ ਕੋਈ ਕੰਮ ਨੂੰ ਹੋਣ ਨਹੀਂ ਦਿੰਦੇ ਪੀੜ੍ਹੀ ਤੇ ਤੁਹਾਡੇ ਘਰੇ ਨਹੀਂ ਹੋਗੀ ਤੁਸੀਂ ਘਰ 'ਚ ਮੰਨ ਲਓ ਨਾ ਤੁਸੀਂ ਅਗਰ ਸਵਾਂਝ ਕਰੋ ਕੋਈ ਕੁਛ ਕਹੂਗਾ ਕੋਈ ਕੰਮ ਨਹੀਂ ਹੋਊਗਾ ਤੁਹਾਡਾ ਕੋਠਾ ਹੀ ਨਹੀਂ ਬਣ ਸਕਦਾ ਕੋਈ ਜੰਗਲ ਇੱਧਰ ਰੱਖੋ ਤਾਂ ਪਿਓ ਨੂੰ ਥੋੜ੍ਹੇ ਸਖਤੀ ਨਾਲ ਮਕਾਨ ਬਣਾਉਣਾ ਹੀ ਪਊਗਾ ਫਿਰ ਸਾਰਿਆਂ ਦਾ ਸੁੱਖ ਹੋਊਗਾ ਇੱਕ ਮਤ ਤਾਂ ਇੱਕ ਪਰਿਵਾਰ ਦੇ ਵਿੱਚ ਵੀ ਨਹੀਂ ਹੁੰਦੇ ਹੁਣ ਸਰਕਾਰ ਨੇ ਤਾਂ ਡਿਸੀਜਨ ਸਹੀ ਲੈਣਾ ਹੀ ਹੈ ਔਰ ਇਹ ਕਾਨੂੰਨ ਤਾਂ ਮੋਦੀ ਸਾਹਿਬ ਨੇ ਪੰਜਾਬ ਨੂੰ ਦੇਖ ਕੇ ਬਣਾਇਆ ਅਗਰ ਕਾਨੂੰਨਾਂ ਵਿਰੋਧ ਹੁੰਦਾ ਉਦੋਂ ਜਦੋਂ ਕੈਪਟਨ ਸਾਹਿਬ ਨੇ ਬੂਹੇ ਖੋਲ੍ਹੇ ਸੀ ਵੱਡੇ ਘਰਾਣਿਆਂ ਦੇ ਉਦੋਂ ਵਿਰੋਧ ਕਰ ਦਿੰਦੇ ਕੰਟੈਕਟ ਫਾਰਮਿੰਗ ਬਾਦਲ ਸਾਹਿਬ ਨੇ ਪਾਸ ਕੀਤੀ ਸੀ ਉਹਦੇ ਵਿੱਚ ਤਾਂ ਕਿਸਾਨ ਦਾ ਅਸੀਂ ਖੁਦ ਸੀਗੇ ਕਿਸਾਨ ਨੂੰ ਬੌਂਡ ਕੀਤਾ ਸੀਗਾ ਮੋਦੀ ਸਾਹਿਬ ਨੇ ਤਾਂ ਉਹਨੂੰ ਕੰਟੈਕਟ ਜਿਹੜਾ ਠੇਕੇਦਾਰ ਉਹਨੂੰ ਬੌਂਡ ਕੀਤਾ ਉਹ ਹੀ ਪੜ੍ਹ ਕੇ ਦੇਖੋ ਤੇ ਜਦੋਂ ਜੇ ਕਿਸਾਨੀ ਦਾ ਵਿਰੋਧ ਕਰਨਾ ਬਿੱਲਾਂ ਦਾ ਵਿਰੋਧ ਹੋਣਾ ਸੀ ਤਾਂ ਫਿਰ ਉਸੇ ਟਾਈਮ ਕਰਦੇ ਜੋ ਮੋਦੀ ਨੇ ਜੇ ਸਾਰੇ ਦੇਸ਼ 'ਚ ਲਾਗੂ ਕਰਤਾ ਫਿਰ ਕਾਹਦਾ ਵਿਰੋਧ ਇਹ ਤਾਂ ਮਤਲਬ ਮੋਦੀ ਦਾ ਵਿਰੋਧ ਹੈ ਨਾ ਬਿੱਲਾਂ ਦਾ ਕਾਨੂੰਨ ਦਾ ਵਿਰੋਧ ਨਹੀਂ ਹੈ ਇਹ ਰਾਜੇਵਾਲ ਸਾਹਿਬ ਨੂੰ ਇਹਨਾਂ ਨੂੰ ਪੁੱਛਿਆ ਜਾਏ ਦੱਸੋ ਭਾਈ ਜਦੋਂ ਵਿਰੋਧ ਹੈ ਤੁਸੀਂ ਆਮ ਕਾਮ ਸੀਗੇ ਤੁਸੀਂ ਹੋਂਦ 'ਤੇ ਸੀ ਉਦੋਂ ਹੀ ਤੁਸੀਂ ਜੇ ਧਰਨੇ ਦਿੱਤੇ ਹੁੰਦੇ ਤਾਂ ਇਹ ਗੱਲ ਹੀ ਨਾ ਹੋਣੀ ਸੀ ਇਹ ਜ਼ਿੰਮੇਵਾਰ ਤਾਂ ਤੁਸੀਂ ਹੋ ਤੇ ਤੁਹਾਨੂੰ ਕੀ ਲੱਗਦਾ ਜੋਸ਼ੀ ਸਾਹਿਬ ਪਾਰਟੀ ਛੱਡ ਸਕਦੇ ਬੀਜੇਪੀ ਪਾਰਟੀ ਜਿਸ ਤਰ੍ਹਾਂ ਦੀਆਂ ਉਹ ਗੱਲਾਂ ਕਰ ਰਹੇ ਨੇ ਬਾਗੀ ਸੁਰ ਦਿਖਾ ਰਹੇ ਨੇ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਪਾਰਟੀ ਨੂੰ ਕੱਢਣਾ ਚਾਹੁੰਦੇ ਕੱਢਦੇ ਪਰ ਮੈਂ ਹੀ ਬੋਲ ਤੁਹਾਨੂੰ ਲੱਗਦਾ ਉਹ ਕਿਤੇ ਪਾਰਟੀ ਬਦਲ ਰਹੇ ਨੇ ਪਾਰਟੀ ਛੱਡਣ ਦੇ ਫਿਰਾਕ 'ਚ ਮੈਂ ਦੇਖੋ ਇਸ ਟੌਪਿਕ 'ਤੇ ਨਹੀਂ ਜਾਣਾ ਚਾਹੁੰਦਾ ਉਹ ਤਾਂ ਮਰਜ਼ੀ ਉਹਨਾਂ ਦੀ ਪ੍ਰਜਾਤੰਤਰ ਦੇਸ਼ ਹੈ ਆਪ ਬੰਦੇ ਸਾਰੇ ਪਾਰਟੀਆਂ ਕਿਹੜਾ ਕਦੋਂ ਨਹੀਂ ਬਦਲਦੇ ਹੀ ਆਏ ਹੈ ਪਾਰਟੀਆਂ ਦੇ ਆਦਰ ਜਾਂਦੇ ਹੈ ਕੀ ਹੈ ਆਮ ਤੁਹਾਡਾ ਇਹਨਾਂ ਸਿਆਸੀ ਐਕਸਪੀਰੀਅੰਸ ਹੈ ਤੁਹਾਨੂੰ ਪਤਾ ਲੱਗ ਜਾਂਦਾ ਪੋਲੀਟੀਕਲ ਬੰਦੇ ਨੂੰ ਛੇਤੀ ਕਿਸੇ ਦੀ ਮਨ ਦੀ ਗੱਲ ਥੋੜ੍ਹੇ ਮੈਂ ਕਹਿ ਸਕਦਾ ਮੈਂ ਤਾਂ ਮੇਰੇ ਮਨ ਦੀ ਤਾਂ ਕਹਿ ਸਕਦਾ ਉਹ ਵੀ ਮੈਂ ਹੁਣ ਤੁਹਾਨੂੰ ਕੁਝ ਕਹਿ ਦਿਆਂ ਬਾਹਰ ਜਾਂਦੇ ਮੇਰਾ ਮਨ ਹੀ ਬਦਲ ਜਾਂਦਾ ਇਹਦਾ ਕੀ ਹੈ ਕੋਈ ਡਿਸੀਜਨ ਕਿਸੇ ਦਾ ਪੱਕਾ ਤਾਂ ਨਹੀਂ ਹੋ ਸਕਦਾ ਕੋਈ ਗੱਲ ਦਾ ਤੇ ਜਿਵੇਂ ਮਾਸਟਰ ਮੋਹਨ ਲਾਲ ਜੀ ਲੈ ਲਓ ਜੋਸ਼ੀ ਲੈ ਲਓ ਇਹ ਕਹਿ ਰਿਹਾ ਜਿਹੜੇ ਪ੍ਰੈਜ਼ੈਂਟ ਕਮੇਟੀ ਹੈ ਸੂਬਾ ਬੀਜੇਪੀ ਦੀ ਪੰਜਾਬ ਸੂਬੇ ਦੀ ਉਹ ਇਨਐਕਸਪੀਰੀਅੰਸ ਹੈ ਉਹ ਸਿਚੁਏਸ਼ਨ ਹੈਂਡਲ ਨਹੀਂ ਕਰ ਪਾਏ ਉਹ 'ਚ ਉਹ ਬੰਦੇ ਬਿਠਾਏ ਹੋਏ ਆ ਜਿਨ੍ਹਾਂ ਨੂੰ ਇਲੈਕਸ਼ਨ ਦਾ ਐਕਸਪੀਰੀਅੰਸ ਨਹੀਂ ਹੈਗਾ ਕੀ ਤੁਹਾਨੂੰ ਇਹ ਗੱਲ ਲੱਗਦੀ ਹੈ ਵੀ ਸੀਨੀਅਰ ਬੰਦੇ ਨਹੀਂ ਹੈਗੇ ਉਹਦੇ ਨੇ ਸਾਰੇ ਸੀਨੀਅਰ ਨੇ ਸਾਰੇ ਇਲੈਕਸ਼ਨ ਲੜੇ ਨੇ ਔਰ ਕਦੋਂ ਦੇ ਪਾਰਟੀ 'ਚ ਕੰਮ ਕਰ ਰਹੇ ਨੇ ਤਾਂ ਉਹ ਸਿਆਣੇ ਤਾਂ ਉਹ ਕਰ ਲੈਣ ਉਹਨਾਂ ਨੂੰ ਕਿਹਨੇ ਮਨਾ ਕੀਤਾ ਹੈ ਉਹ ਕਹਿੰਦੇ ਵੀ ਮੈਨੂੰ ਪ੍ਰਧਾਨ ਨਹੀਂ ਕਰਨ ਦਊਗਾ ਅਸ਼ਵਨੀ ਸ਼ਰਮਾ ਕਿਉਂ ਅਸ਼ਵਨੀ ਸ਼ਰਮਾ ਨੂੰ ਰੋਕਦਾ ਹੈ ਨਾਚ ਨਾ ਜਾਣੇ ਆਂਗਣ ਟੇਢਾ ਇਹ ਗੱਲ ਔਨ ਰਿਕਾਰਡ ਕਹੀ ਹੈ ਕਹਿੰਦੇ ਮਾਸਟਰ ਮੋਹਨ ਲਾਲ ਕਹਿ ਰਹੇ ਮੈਨੂੰ ਪਾਰਟੀ 'ਚ ਆਉਣੀ ਮੇਰੀ ਗੱਲਾਂ ਨਹੀਂ ਸੁਣਨਗੇ ਉਹ ਟਿਕਟ ਬਾਰੇ ਵੀ ਕਹਿ ਰਹੇ ਮੈਨੂੰ ਨਹੀਂ ਜੀ ਸਾਡੇ ਆਦਰਨੀय ਨੇ ਸਾਡੇ ਬਜ਼ੁਰਗ ਨੇ ਅਸੀਂ ਉਹਨਾਂ ਦੇ ਪੈਰੀ ਹੱਥ ਲਾਉਂਦੇ ਹਾਂ ਉਹਨਾਂ ਦੇ ਮਾਰਗ 'ਤੇ ਅਸੀਂ ਚੱਲਦੇ ਹਾਂ ਉਹਨਾਂ ਦੀ ਗੱਲ ਦਾ ਅਸੀਂ ਕੋਈ ਗੁੱਸਾ ਨਹੀਂ ਕਰਦੇ ਕਹਿੰਦੇ ਮੈਨੂੰ ਤਾਂ ਸੀਨੀਅਰ ਸਮਝਿਆ ਨਹੀਂ ਜਾਂਦਾ ਪਾਰਟੀ 'ਚ ਸੀਨੀਅਰ ਸਮਝਣ ਦਾ ਨਹੀਂ ਹੁੰਦਾ ਨਾ ਸੀਨੀਅਰ ਹੈ ਸਾਰੇ ਸਮਝਦੇ ਪੈਰੀ ਹੱਥ ਨਹੀਂ ਲਾਉਂਦੇ ਅਸ਼ਵਨੀ ਸ਼ਰਮਾ ਵੀ ਪੈਰੀ ਹੱਥ ਲਾਉਂਦਾ ਮੈਂ ਵੀ ਸਾਰੇ ਲਾਉਂਦੇ ਮਾਸਟਰ ਮੋਹਨ ਲਾਲ ਜੀ ਸਾਰੇ ਇੱਜ਼ਤ ਕਰਦੇ ਆ ਜੀ ਗੱਲ ਨਹੀਂ ਤੇ ਇੱਕ ਗੱਲ ਹੋਰ ਜਿਹੜੀ ਸਿੱਖ ਰਿਪਰੈਜ਼ੈਂਟੇਸ਼ਨ ਦੀ ਗੱਲ ਆਈ ਹੈ ਬੀਜੇਪੀ ਦੇ ਬੰਦਿਆਂ ਨੇ ਪਾਰਟੀ ਵਰਕਰਾਂ ਨੇ ਕਿਹਾ ਵੀ ਸਿੱਖ ਬੰਦੇ ਸਿੱਖ ਚਿਹਰਿਆਂ ਨੂੰ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਹੀਂ ਮਿਲ ਰਹੀ ਨੁਮਾਇੰਦਗੀ 'ਚ ਪਾਰਟੀ ਦੇ ਅੰਦਰ ਚਾਹੇ ਉਹ ਸੂਬਾ ਹੋਵੇ ਜਾਂ ਨੈਸ਼ਨਲ ਲੈਵਲ 'ਤੇ ਹੋਵੇ ਤੁਸੀਂ ਇਹਦੇ ਉੱਤੇ ਕੀ ਕਹਿਣਾ ਉਹਨਾਂ ਨੇ ਇੱਕ ਪੱਤਰ ਲਿਖਿਆ ਇਤਰਾਜ਼ ਜਤਾਇਆ ਵੀ ਸਾਡੀ ਪੂਰੀ ਨੁਮਾਇੰਦਗੀ ਨਹੀਂ ਹੈਗੀ ਤੁਹਾਨੂੰ ਕੀ ਲੱਗਦਾ ਕਿੱਥੇ ਨੁਮਾਇੰਦਗੀ ਨਹੀਂ ਪਾਰਟੀ ਦੇ ਅੰਦਰ ਜਿਵੇਂ ਅਹੁਦੇਦਾਰੀਆਂ 'ਚ ਕਹਿ ਲਓ ਜਾਂ ਕਿਤੇ ਹੋਰ ਇਹ ਗੱਲ ਸੁਣ ਲਓ ਭਾਰਤੀ ਜਨਤਾ ਪਾਰਟੀ ਇੱਕ ਇਹੋ ਜਿਹੀ ਪਾਰਟੀ ਹੈ ਜਿੱਥੇ ਵਰਕਰ ਦੀ ਕਦਰ ਹੈ ਭਾਰਤੀ ਜਨਤਾ ਪਾਰਟੀ 'ਚ ਆ ਨਹੀਂ ਹੈ ਕਿ ਅਗਰ ਜੋਗੀ ਅਗਰ ਕੋਈ ਮੁੱਖ ਮੰਤਰੀ ਹੈ ਜਾਂ ਕੋਈ ਬੀਜੇਪੀ ਦਾ ਔਰ ਕੋਈ ਮੁੱਖ ਮੰਤਰੀ ਹੈ ਸ਼ਿਵਰਾਜ ਚੌਹਾਨ ਹੈ ਉਹਨਾਂ ਦਾ ਪੁੱਤਰ ਬਣੂਗਾ ਨਹੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਰਕਰ ਦੀ ਕਦਰ ਹੈ ਵਰਕਰ ਨੇ ਹੀ ਬਣਨਾ ਹੈ ਔਰ ਵਰਕਰ ਨੇ ਹੀ ਪ੍ਰਧਾਨ ਮੰਤਰੀ ਬਣਨਾ ਹੈ ਵਰਕਰ ਨੇ ਮੁੱਖ ਮੰਤਰੀ ਬਣਨਾ ਹੈ ਵਰਕਰ ਨੇ ਪ੍ਰਧਾਨ ਬਣਨਾ ਹੈ ਵਰਕਰ ਨੇ MP ਬਣਨਾ ਹੈ ਵਰਕਰ ਨੇ ਬਣਨਾ ਹੈ ਦੇਖੋ ਸਿੱਖ ਚਿਹਰੇ ਦੀ ਜਿਹੜੀ ਹੈ ਬੀਜੇਪੀ ਦੇਖੋ ਬੜੀ ਕਦਰ ਬੀਜੇਪੀ ਦੇ ਵਿੱਚ ਸਿੱਖਾਂ ਦੇ ਪ੍ਰਤੀ ਹੈ ਇਹਦੇ ਵਿੱਚ ਦੋ ਰਾਏ ਨਹੀਂ ਹੈ ਔਰ ਜੇ ਅਗਰ ਸਿੱਖ ਕਾਰਿਆਕਰਤਾ ਅੱਗੇ ਜਾ ਸਕਦੇ ਕਿੱਥੇ ਨਹੀਂ ਗਏ ਜਾ ਵੀ ਸਕਦੇ ਕਹਿ ਰਿਹਾ ਵੀ ਕਮੇਟੀਆਂ ਸਾਡੇ ਬੰਦੇ ਨਹੀਂ ਹੈਗੇ ਕਮੇਟੀਆਂ ਸਾਨੂੰ ਓਪਰਚੁਨਿਟੀ ਨਹੀਂ ਮਿਲ ਰਹੀ ਹੈਗੀ ਕਿਉਂਕਿ ਐਂਡ ਆਫ ਦਾ ਡੇ ਇੰਟਰਨਲ ਪਾਰਟੀ ਸਟਰਕਚਰ ਹੁੰਦਾ ਉਹਦੇ ਮਨਜਿੰਦਰ ਕੰਗ ਕੀ ਸੀਗਾ ਮਹਾਮੰਤਰੀ ਸੀਗਾ ਔਰ ਸਿੱਧਾ ਮਹਾਮੰਤਰੀ ਬਣਾਇਆ ਉਹਨੂੰ
ਦੱਸੋ ਅਬੇ ਮੈਂ ਕੋਈ ਛੱਡ ਜਾਵੇ ਤਾਂ ਦੂਸਰੀ ਬਾਤ ਹੈ ਵੀ ਸਭ ਦਾ ਸਨਮਾਨ ਹੈ ਇਸ ਪਾਰਟੀ ਵਿੱਚ, ਭਾਵੇਂ ਸਿੱਖ ਬੰਧੂ ਹੋਣ, ਭਾਵੇਂ ਬ੍ਰਾਹਮਣ ਬੰਧੂ ਹੋਣ, ਭਾਵੇਂ ਐਸੀ ਕੋਈ ਹੋਵੇ। ਭਾਰਤੀ ਜਨਤਾ ਪਾਰਟੀ ਸਭ ਦੀ ਪਾਰਟੀ ਹੈ, ਕੋਈ ਇੱਕ ਦੀ ਨਹੀਂ ਹੈ, ਔਰ ਨਾ ਪਰਿਵਾਰਵਾਦ ਦੀ ਪਾਰਟੀ ਹੈ, ਵਰਕਰ ਦੀ ਪਾਰਟੀ ਹੈ। ਜਾਨੀ ਸਾਹਿਬ ਹੁਣ ਪੋਲੀਟੀਕਲ ਤੇ ਕਿਸਾਨੀ ਮਸਲੇ ਤੋਂ ਹਟ ਕੇ ਇੱਕ ਸਵਾਲ ਪੁੱਛਣਾ ਚਾਹੁੰਦਾ, ਜਿਵੇਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਗੱਲ ਕਰੀਏ, ਕੱਲ ਵੀ ਇੱਕ ਇਨਕਾਊਂਟਰ ਹੋਇਆ ਫਿਰੋਜ਼ਪੁਰ ਦੇ, ਇੱਕ ਗੈਂਗਸਟਰ ਮਾਰਿਆ ਗਿਆ, ਹੋਰ ਵੀ ਇੱਕ ਖਰੜ ਦਾ ਮੁੰਡਾ ਮਾਰਿਆ ਗਿਆ। ਕੀ ਤੁਹਾਨੂੰ ਲੱਗਦਾ ਜਿਹੜਾ ਮੇਨ ਇਹ ਜਿਹੜੇ ਗੈਂਗਸਟਰ ਜਿਹੜਾ ਯੂਥ ਹੈ ਸਟਰੇ ਹੋ ਗਿਆ, ਉਹਨੂੰ ਮੇਨ ਸਟ੍ਰੀਮ 'ਚ ਕਿਵੇਂ ਲੈ ਕੇ ਆਇਆ ਜਾ ਸਕਦਾ, ਤੁਹਾਨੂੰ ਕੀ ਲੱਗਦਾ? ਦੇਖੋ ਪਿਆਰ ਨਾਲ, ਮਾਨ ਸਨਮਾਨ ਨਾਲ, ਅਗਰ ਕਿਸੇ ਦਾ ਕੋਈ ਦੁੱਖ ਗਿਲਾ ਤਾਂ ਦੂਰ ਕਰਨਾ ਚਾਹੀਦਾ ਹੈ। ਅਗਰ ਕੋਈ ਕਿਸੇ ਤਰ੍ਹਾਂ ਗਲਤ ਰਸਤਾ ਫੜਦਾ ਹੈ, ਸ਼ੌਂਕ ਨਾਲ ਤਾਂ ਨਹੀਂ ਫੜਦਾ, ਕਰ ਹੁੰਦੀ ਤਾਂ ਕੁਛ ਮਜਬੂਰੀਆਂ ਹੈ। ਅਗਰ ਕੋਈ ਮਜਬੂਰੀਆਂ ਹੈ ਤਾਂ ਸਰਕਾਰਾਂ ਦਾ ਕੰਮ ਹੈ ਦੂਰ ਕਰਨੀ ਚਾਹੀਦੀ ਹੈ। ਮੈਨੂੰ ਲੱਗਦਾ ਇਨਕਾਊਂਟਰ ਇੱਕ ਮਾਤਰ ਸੋਲੂਸ਼ਨ ਇਹਦੇ ਵਾਸਤੇ ਹੈ ਤਾਂ ਪੰਜਾਬ ਦੇ ਦੇਖੋ ਸਾਡੇ ਕਾਨੂੰਨ ਦੇ ਵੀ ਇਜਾਜ਼ਤ ਨਹੀਂ ਇਸ ਚੀਜ਼ ਦੀ, ਇਹਦੇ ਕਾਨੂੰਨ ਦੇ ਵਿੱਚ ਵੀ ਕੋਈ ਇਜਾਜ਼ਤ ਨਹੀਂ ਹੈ ਕਾਊਂਟਰ ਕਰਨਾ ਕਿਸੇ ਦੀ, ਪਰ ਇੱਕ ਮਜਬੂਰੀ ਹੋ ਜਾਂਦੀ ਹੈ ਜਿੱਥੇ ਫਾਇਰਿੰਗ ਹੁੰਦੀ ਹੈ, ਅਗਲਾ ਜੇ ਮਾਰਨ ਨੂੰ ਫਿਰਦਾ ਤਾਂ ਉਹ ਅਲੱਗ ਗੱਲ ਹੈ। ਉਹਦੇ ਵਿੱਚ ਕੋਈ ਕਿਸੇ ਦੀ ਇੰਟੈਂਸ਼ਨ ਨਹੀਂ ਹੁੰਦੀ ਵੀ ਅਸੀਂ ਆਹੀ ਕੰਮ ਕਰਨਾ। ਤੁਹਾਨੂੰ ਸਹੀ ਲੱਗਦਾ ਵੀ ਜੋ ਇਨਕਾਊਂਟਰ ਹੋਇਆ ਸਹੀ? ਸੁਣੋ ਉਹ ਤਾਂ ਉੱਥੋਂ ਦੀ ਹਾਲਾਤ, ਉਹਨਾਂ ਦੇ ਕੀ ਹਾਲਾਤ ਰਹੇ ਹੋਏ ਨੇ, ਆਪਾਂ ਉਹਦੇ ਬਾਰੇ ਕੀ ਕਹਿ ਸਕਦੇ ਹਾਂ। ਅਸੀਂ ਕਹਿੰਦੇ ਹਾਂ ਵੀ ਇਸ ਤਰ੍ਹਾਂ ਦੇ ਯੂਥ ਨੂੰ ਜਿਹੜਾ ਹੈ ਕੰਮ ਮਿਲਣਾ ਚਾਹੀਦਾ ਹੈ, ਯੂਥ ਨੂੰ ਅੱਛੀ ਸਿੱਖਿਆ ਮਿਲਣੀ ਚਾਹੀਦੀ ਹੈ, ਯੂਥ ਹੀ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦਾ ਹੈ। ਤਾਂ ਇਹ ਸੀਗੇ ਸੁਰਜੀਤ ਜਿਆਨੀ ਸਾਹਿਬ, ਉਹਨਾਂ ਨੇ ਦੱਸਿਆ ਵੀ ਕਿਵੇਂ ਕਾਨੂੰਨ, ਖੇਤੀ ਬਿੱਲ, ਇਹਦਾ ਮਸਲਾ ਜਥੇਬੰਦੀਆਂ ਨਹੀਂ ਹੱਲ ਕਰਾ ਰਹੀਆਂ, ਕੇਂਦਰ ਸਰਕਾਰ ਤਾਂ ਕਦੋਂ ਦੀ ਕਹਿ ਰਹੀ ਹੈ ਵੀ ਅਸੀਂ ਅੱਜ ਹੀ ਸੋਧ ਕਰ ਦਿੰਦੇ ਹਾਂ, ਹੋਰ ਚੀਜ਼ਾਂ ਕਰ ਦਿੰਦੇ ਹਾਂ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੇਰ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ।